ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਸਿਸਟੈਂਟ ਪ੍ਰੋਫੈਸਰ ਨਵਦੀਪ ਕੌਰ। ਹਾਂਜੀ ਬੇਟਾ, ਜਿਹੜੀ ਅੱਜ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਉਸ ਦਾ ਸੰਬੰਧ ਸਮਾਜਿਕ ਵਿਗਿਆਨ ਵਿਸ਼ੇ ਨਾਲ ਹੈ ਅਤੇ ਇਸ ਦਾ ਸਿਰਲੇਖ ਹੈ ਨਾਗਰਿਕ ਅਤੇ ਨਾਗਰਿਕਤਾ। ਸੋ ਇਸ ਵਿੱਚ ਅਸੀਂ ਇਸ ਦੇ ਅਰਥ, ਇਸ ਦੀਆਂ ਕਿਸਮਾਂ, ਇਸ ਦੀਆਂ ਵਿਸ਼ੇਸ਼ਤਾਵਾਂ ਅਤੇ ਇਸ ਦੇ ਤੱਤਾਂ ਦਾ ਵਿਸਥਾਰਪੂਰਵਕ ਅਧਿਐਨ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਨਾਗਰਿਕ ਦਾ ਅਰਥ। ਸੋ ਨਾਗਰਿਕ ਦੇ ਅਰਥ ਵਿੱਚ ਸਭ ਤੋਂ ਪਹਿਲਾਂ ਨਾਗਰਿਕ ਕਿਸ ਨੂੰ ਕਹਿੰਦੇ ਨੇ ਅਤੇ ਸ਼ਬਦ ਕਿੱਥੋਂ ਨਿਕਲਿਆ ਹੈ, ਆਪਾਂ ਉਸ ਬਾਰੇ ਪੜ੍ਹਾਂਗੇ। ਸੋ ਨਾਗਰਿਕ ਨੂੰ ਅੰਗਰੇਜ਼ੀ ਵਿੱਚ ਸਿਟੀਜ਼ਨ ਕਿਹਾ ਜਾਂਦਾ ਹੈ। ਸਿਟੀਜ਼ਨ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਸਿਟੀ ਤੋਂ ਨਿਕਲਿਆ ਹੈ, ਕਿਉਂਕਿ ਪੁਰਾਤਨ ਸਮੇਂ ਵਿੱਚ ਲੋਕ ਆਪਣੇ ਆਪ ਨੂੰ ਸਿਟੀ ਨਾਲ ਸੰਬੰਧਿਤ ਮੰਨਦੇ ਸਨ, ਨਾ ਕਿ ਦੇਸ਼ ਨਾਲ। ਸੋ ਅਸਲ ਅਰਥਾਂ ਵਿੱਚ ਨਾਗਰਿਕ ਉਹ ਵਿਅਕਤੀ ਹੈ ਜਿਹੜਾ ਕਿ ਕਿਸੇ ਵੀ ਦੇਸ਼ ਵੱਲੋਂ ਕਾਨੂੰਨੀ ਤੌਰ 'ਤੇ ਸਵੀਕਾਰ ਕੀਤਾ ਗਿਆ ਹੋਵੇ, ਯਾਨੀ ਕਿ ਉਸ ਦੇਸ਼ ਵਿੱਚ ਰਹਿੰਦੇ ਹੋਏ ਉੱਥੋਂ ਦੇ ਅਧਿਕਾਰਾਂ ਨੂੰ ਵੀ ਮੰਨਦਾ ਹੋਵੇ ਅਤੇ ਕਰਤੱਵਾਂ ਦਾ ਪਾਲਣ ਵੀ ਕਰਦਾ ਹੋਵੇ। ਸੋ ਨੈਕਸਟ ਆਪਾਂ ਕਰਾਂਗੇ ਬੇਟਾ ਨਾਗਰਿਕ ਦੀ ਪਰਿਭਾਸ਼ਾ, ਡੈਫੀਨੇਸ਼ਨਸ ਆਫ ਸਿਟੀਜ਼ਨ। ਸੋ ਸਭ ਤੋਂ ਪਹਿਲਾਂ ਅਰਸਤੂ ਦੇ ਅਨੁਸਾਰ ਨਾਗਰਿਕ ਉਹ ਵਿਅਕਤੀ ਹੈ ਜਿਸ ਨੂੰ ਰਾਜ ਦੇ ਕਾਨੂੰਨਾਂ ਸੰਬੰਧੀ ਵਿਚਾਰ ਵਟਾਂਦਰਾ ਅਤੇ ਨਿਆਂ ਪ੍ਰਬੰਧ ਵਿੱਚ ਭਾਗ ਲੈਣ ਦਾ ਪੂਰਨ ਅਧਿਕਾਰ ਹੈ। ਮੀਨਸ ਕਿ ਨਾਗਰਿਕ ਜਿਹੜਾ ਹੈ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਹੜਾ ਕਿ ਰਾਜ ਦੇ ਕਾਨੂੰਨਾਂ ਦਾ ਸਮਰਥਨ ਵੀ ਕਰ ਸਕਦਾ ਹੈ, ਉਸ ਦੀ ਆਲੋਚਨਾ ਵੀ ਕਰ ਸਕਦਾ ਹੈ, ਬਟ ਜੇਕਰ ਉਹਨਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ। ਅਤੇ ਜੇਕਰ ਉਸ ਦੇ ਅਧਿਕਾਰਾਂ ਦਾ ਕਿਸੇ ਵੀ ਤਰ੍ਹਾਂ ਨਾਲ ਕੋਈ ਹਨਨ ਹੁੰਦਾ ਹੈ ਤਾਂ ਉਹ ਨਿਆਂ ਪ੍ਰਬੰਧ ਕੋਲ ਜਾ ਕੇ ਅਪੀਲ ਦਾਇਰ ਕਰ ਸਕਦਾ ਹੈ ਅਤੇ ਆਪਣੇ ਹਿੱਤਾਂ ਦੀ ਰਾਖੀ ਲਈ ਆਵਾਜ਼ ਉਠਾ ਸਕਦਾ ਹੈ। ਲਾਸਕੀ ਦੇ ਅਨੁਸਾਰ ਨਾਗਰਿਕ ਉਸ ਵਿਅਕਤੀ ਨੂੰ ਕਹਿੰਦੇ ਹਨ ਜੋ ਨਾ ਕੇਵਲ ਸਮਾਜ ਦਾ ਹਿੱਸਾ ਹੈ ਸਗੋਂ ਨਾਲ ਹੀ ਕੁਝ ਕਰਤੱਵਾਂ ਦਾ ਪਾਲਣ ਵੀ ਕਰਦਾ ਹੈ। ਯਾਨੀ ਕਿ ਇੱਕ ਸਮਾਜ ਵਿੱਚ ਜਾਂ ਇੱਕ ਦੇਸ਼ ਵਿੱਚ ਰਹਿੰਦੇ ਹੋਏ ਨਾਗਰਿਕ ਜੋ ਵਿਅਕਤੀ ਹੈ ਉਹ ਅਧਿਕਾਰਾਂ ਦੇ ਨਾਲ ਨਾਲ ਕੁਝ ਕਰਤੱਵਾਂ ਦਾ ਪਾਲਣ ਵੀ ਕਰਦਾ ਹੋਵੇ। ਨੈਕਸਟ ਹੈ ਨਾਗਰਿਕ ਦੀਆਂ ਵਿਸ਼ੇਸ਼ਤਾਵਾਂ, ਕਰੈਕਟਰਿਸਟਿਕਸ ਆਫ ਸਿਟੀਜ਼ਨ। ਸੋ ਇਸ ਦੀਆਂ ਵਿਸ਼ੇਸ਼ਤਾਵਾਂ ਵਿੱਚ ਸਭ ਤੋਂ ਪਹਿਲਾਂ ਹੈ ਮੈਂਬਰਸ਼ਿਪ, ਯਾਨੀ ਕਿ ਉਸ ਨੂੰ ਉਸ ਦੇਸ਼ ਦੀ ਨਾਗਰਿਕਤਾ ਜਿਹੜੀ ਹੈ ਉਹ ਮਿਲੀ ਹੁੰਦੀ ਹੈ। ਸਥਾਈ ਜਾਂ ਪੱਕਾ ਨਿਵਾਸੀ, ਪਰਮਾਨੈਂਟ ਰੈਜ਼ੀਡੈਂਸ, ਯਾਨੀ ਕਿ ਉਸ ਦੇਸ਼ ਦਾ ਪੱਕਾ ਨਿਵਾਸੀ ਹੁੰਦਾ ਹੈ, ਉਹ ਜਨਮ ਤੋਂ ਲੈ ਕੇ ਮੌਤ ਤੱਕ ਉਸ ਦੇਸ਼ ਵਿੱਚ ਰਹਿੰਦਾ ਹੈ। ਅਧਿਕਾਰਾਂ ਦੀ ਪ੍ਰਾਪਤੀ, ਹੈਵ ਰਾਈਟਸ, ਯਾਨੀ ਕਿ ਉਸ ਨੂੰ ਉਸ ਦੇਸ਼ ਵਿੱਚ ਰਹਿੰਦਿਆਂ ਹੋਇਆਂ ਕਾਫੀ ਸਾਰੇ ਅਧਿਕਾਰ ਵੀ ਜਿਹੜੇ ਮਿਲੇ ਹੁੰਦੇ ਹਨ, ਜਿਹੜੇ ਕਿ ਉਸ ਨੂੰ ਜ਼ਿੰਦਗੀ ਜਿਉਣ ਦੇ ਲਈ ਅਤੇ ਸੁਤੰਤਰਤਾ ਪੂਰਵਕ ਆਪਣੇ ਹਿੱਤਾਂ ਦੀ ਰਾਖੀ ਦੇ ਲਈ ਜਿਹੜੇ ਨੇ ਉਹ ਜ਼ਰੂਰੀ ਹੁੰਦੇ ਨੇ। ਨੈਕਸਟ ਹੈ ਬੇਟਾ ਕਰਤੱਵਾਂ ਦਾ ਪਾਲਣਾ, ਓਜ਼ ਡਿਊਟੀਜ਼, ਯਾਨੀ ਕਿ ਅਧਿਕਾਰਾਂ ਦੇ ਨਾਲ ਨਾਲ ਉਸ ਨੂੰ ਕਾਫੀ ਸਾਰੇ ਕਰਤੱਵਾਂ ਦਾ ਪਾਲਣ ਵੀ ਕਰਨਾ ਪੈਂਦਾ ਹੈ, ਜਿਸ ਤਰ੍ਹਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ, ਠੀਕ ਹੈ, ਜਾਂ ਫਿਰ ਜਿੰਨੇ ਵੀ ਉਸ ਨੂੰ ਅਧਿਕਾਰ ਮਿਲੇ ਹੋਏ ਨੇ ਉਹਨਾਂ ਅਧਿਕਾਰਾਂ ਦੇ ਦਾਇਰੇ ਦੇ ਵਿੱਚ ਰਹਿੰਦੇ ਹੋਏ ਕਿਸੇ ਦੂਸਰੇ ਦੇ ਅਧਿਕਾਰਾਂ ਦਾ ਹਨਨ ਨਾ ਕਰਨਾ, ਠੀਕ ਹੈ। ਆਪਣੇ ਦੇਸ਼ ਦੇ ਰਾਸ਼ਟਰੀ ਝੰਡੇ ਦਾ ਸਨਮਾਨ ਕਰਨਾ, ਰਾਸ਼ਟਰੀ ਗੀਤ ਦਾ ਸਨਮਾਨ ਕਰਨਾ। ਨੈਕਸਟ ਹੈ ਬੇਟਾ ਰਾਜ ਪ੍ਰਤੀ ਵਫਾਦਾਰੀ, ਲਾਇਲਟੀ ਟੂਆਰਡ ਸਟੇਟ। ਸੋ ਉਹ ਵਿਅਕਤੀ ਜਿਸ ਨੂੰ ਜਿਸ ਦੇਸ਼ ਦੀ ਵੀ ਨਾਗਰਿਕਤਾ ਮਿਲੀ ਹੁੰਦੀ ਹੈ ਉਹ ਜਿਹੜਾ ਹੈ ਉਹ ਆਪਣੇ ਰਾਜ ਦੇ ਪ੍ਰਤੀ ਪੂਰਨ ਤੌਰ 'ਤੇ ਵਫਾਦਾਰ ਹੁੰਦਾ ਹੈ। ਵਫਾਦਾਰ ਮੀਨਸ ਕਿ ਜੇਕਰ ਉਹ ਆਪਣੇ ਰਾਜ ਦੇ ਕਾਨੂੰਨਾਂ ਦੀ ਪਾਲਣਾ ਨਹੀਂ ਕਰਦਾ, ਰਾਜ ਦੇ ਵਿਰੁੱਧ ਬੋਲਦਾ ਹੈ ਤਾਂ ਉਸ ਨੂੰ ਦੇਸ਼ ਧਰੋਹੀ ਮੰਨਿਆ ਜਾਂਦਾ ਹੈ ਅਤੇ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ, ਉਸ ਦੀ ਉੱਥੋਂ ਦੀ ਨਾਗਰਿਕਤਾ ਖਤਮ ਕੀਤੀ ਜਾ ਸਕਦੀ ਹੈ। ਨੈਕਸਟ ਹੈ ਬੇਟਾ ਸਮਾਜ ਸੇਵਾ, ਸੋਸ਼ਲ ਸਰਵਿਸਿਜ਼। ਸੋ ਸਮਾਜ ਵਿੱਚ ਰਹਿੰਦੇ ਹੋਏ ਵਿਅਕਤੀ ਕੇਵਲ ਸਿਰਫ ਆਪਣੇ ਬਾਰੇ ਹੀ ਨਹੀਂ ਸੋਚਦਾ ਬਲਕਿ ਉਹ ਸਮਾਜ ਬਾਰੇ ਵੀ ਸੋਚਦਾ ਹੈ ਅਤੇ ਕਾਫੀ ਸਾਰੇ ਲੋਕ ਭਲਾਈ ਦੇ ਕੰਮ ਵੀ ਕਰਦਾ ਹੈ। ਨੈਕਸਟ ਹੈ ਨਾਗਰਿਕ ਦੀਆਂ ਕਿਸਮਾਂ, ਟਾਈਪਸ ਔਰ ਕਾਈਂਡਸ ਆਫ ਸਿਟੀਜ਼ਨਸ। ਸੋ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਨਾਗਰਿਕ ਹੁੰਦੇ ਨੇ। ਫਸਟ ਹੈ ਬੇਟਾ ਜਮਾਂਦਰੂ ਨਾਗਰਿਕ, ਨੈਚੁਰਲ ਬੋਰਨ ਸਿਟੀਜ਼ਨ। ਸੋ ਨੈਚੁਰਲ ਬੋਰਨ ਸਿਟੀਜ਼ਨ ਉਹ ਹੁੰਦੇ ਨੇ ਜਿਹਨਾਂ ਦਾ ਜਨਮ ਉਸ ਦੇਸ਼ ਵਿੱਚ ਹੋਇਆ ਹੁੰਦਾ ਹੈ, ਇਸ ਕਾਰਨ ਉਸ ਨੂੰ ਜਨਮ ਦੇ ਆਧਾਰ 'ਤੇ ਉੱਥੋਂ ਦੇ ਨਾਗਰਿਕ ਸਮਝਿਆ ਜਾਂਦਾ ਹੈ ਜਾਂ ਉੱਥੋਂ ਦੀ ਨਾਗਰਿਕਤਾ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਨੈਕਸਟ ਹੈ ਰਾਜਕ੍ਰਿਤ ਨਾਗਰਿਕ, ਨੈਚੁਰਲਾਈਜ਼ਡ ਸਿਟੀਜ਼ਨ। ਉਹ ਵਿਅਕਤੀ ਜਿਨ੍ਹਾਂ ਨੂੰ ਜਿਹੜੇ ਕਿ ਉਸ ਦੇਸ਼ ਦੀਆਂ ਸਾਰੀਆਂ ਸ਼ਰਤਾਂ ਜਾਂ ਕਾਨੂੰਨਾਂ ਦਾ ਪਾਲਣਾ ਕਰਦੇ ਹੋਣ ਅਤੇ ਉਹਨਾਂ ਨੂੰ ਉਸ ਦੇਸ਼ ਦੀਆਂ ਕਾਨੂੰਨਾਂ ਜਾਂ ਸ਼ਰਤਾਂ ਦਾ ਪਾਲਣ ਕਰਨ ਦੇ ਆਧਾਰ 'ਤੇ ਨਾਗਰਿਕਤਾ ਮਿਲਦੀ ਹੈ, ਉਹਨਾਂ ਨੂੰ ਰਾਜਕ੍ਰਿਤ ਨਾਗਰਿਕ ਕਿਹਾ ਜਾਂਦਾ ਹੈ। ਸੋ ਨੈਕਸਟ ਹੈ ਬੇਟਾ ਸਿਟੀਜ਼ਨਸ਼ਿਪ, ਨਾਗਰਿਕਤਾ। ਸੋ ਨਾਗਰਿਕਤਾ ਦਾ ਅਰਥ, ਮੀਨਿੰਗ ਆਫ ਸਿਟੀਜ਼ਨਸ਼ਿਪ। ਸੋ ਨਾਗਰਿਕਤਾ ਅਜਿਹੀ ਅਵਸਥਾ ਹੈ ਜਿਸ ਵਿੱਚ ਵਿਅਕਤੀ ਨੂੰ ਵੱਖ-ਵੱਖ ਤਰ੍ਹਾਂ ਦੇ ਅਧਿਕਾਰ ਪ੍ਰਾਪਤ ਹੁੰਦੇ ਹਨ, ਉਹਨਾਂ ਦੀ ਵਰਤੋਂ ਆਪਣੀ ਮਰਜ਼ੀ ਨਾਲ ਕਰਦਾ ਹੈ ਪਰ ਉਹਨਾਂ ਦੇ ਬਦਲੇ ਵਿਅਕਤੀ ਕੁਝ ਕਰਤੱਵਾਂ ਦੇ ਪ੍ਰਤੀ ਵੀ ਜਵਾਬਦੇਹ ਰਹਿੰਦਾ ਹੈ। ਮੀਨਸ ਕਿ ਨਾਗਰਿਕ ਉਹੀ ਵਿਅਕਤੀ ਉਸ ਦੇਸ਼ ਦਾ ਨਾਗਰਿਕ ਮੰਨਿਆ ਜਾਂਦਾ ਹੈ ਜਿਸ ਦੇਸ਼ ਦੀ ਉਸ ਨੂੰ ਨਾਗਰਿਕਤਾ ਜਾਂ ਸਿਟੀਜ਼ਨਸ਼ਿਪ ਪ੍ਰਾਪਤ ਹੁੰਦੀ ਹੈ। ਸੋ ਸਿਟੀਜ਼ਨਸ਼ਿਪ ਦੇ ਆਧਾਰ 'ਤੇ ਹੀ ਉਸ ਨੂੰ ਅਧਿਕਾਰ ਮਿਲਦੇ ਨੇ ਅਤੇ ਸਿਟੀਜ਼ਨਸ਼ਿਪ ਦੇ ਆਧਾਰ 'ਤੇ ਹੀ ਉਹ ਕੁਝ ਕਰਤੱਵਾਂ ਦਾ ਪਾਲਣ ਵੀ ਕਰਦਾ ਹੈ।
ਨੈਕਸਟ ਹੈ ਬੇਟਾ ਨਾਗਰਿਕਤਾ ਦੀਆਂ ਪਰਿਭਾਸ਼ਾਵਾਂ, ਡੈਫੀਨੇਸ਼ਨਸ ਆਫ ਸਿਟੀਜ਼ਨਸ਼ਿਪ। ਨਾਗਰਿਕਤਾ ਦੀਆਂ ਪਰਿਭਾਸ਼ਾਵਾਂ ਦੇ ਵਿੱਚ ਫਸਟ ਹੈ ਬਾਇਓਡ ਦੇ ਅਨੁਸਾਰ ਨਾਗਰਿਕਤਾ ਆਪਣੀਆਂ ਵਫਾਦਾਰੀਆਂ ਨੂੰ ਠੀਕ ਢੰਗ ਨਾਲ ਨਿਭਾਉਣਾ ਹੈ, ਯਾਨੀ ਕਿ ਨਾਗਰਿਕ ਜਿਹੜਾ ਹੈ ਉਹ ਕਿਸੇ ਦੇਸ਼ ਵਿੱਚ ਰਹਿੰਦਿਆਂ ਹੋਇਆਂ ਉੱਥੋਂ ਦੇ ਅਧਿਕਾਰਾਂ ਦਾ ਪਾਲਣ ਵੀ ਕਰਦਾ ਹੈ ਅਤੇ ਫਰਜ਼ਾਂ ਨੂੰ ਵੀ ਨਿਭਾਉਂਦਾ ਹੈ। ਗੈਟਲ ਅਨੁਸਾਰ ਨਾਗਰਿਕਤਾ ਵਿਅਕਤੀ ਦੀ ਉਹ ਸਥਿਤੀ ਹੈ ਜਿਸ ਵਿੱਚ ਉਸ ਨੂੰ ਰਾਜਨੀਤਿਕ ਸਮਾਜ ਦੇ ਸਾਰੇ ਰਾਜਨੀਤਿਕ ਅਤੇ ਸਮਾਜਿਕ ਅਧਿਕਾਰ ਪ੍ਰਾਪਤ ਹੁੰਦੇ ਹਨ ਅਤੇ ਉਹਨਾਂ ਦੇ ਬਦਲੇ ਉਹ ਰਾਜ ਪ੍ਰਤੀ ਕੁਝ ਫਰਜ਼ਾਂ ਨੂੰ ਵੀ ਨਿਭਾਉਂਦਾ ਹੈ। ਸੇਮ ਐਜ਼ ਉਹੀ ਗੱਲ ਕੀਤੀ ਗਈ ਹੈ ਕਿ ਜਿਨ੍ਹਾਂ ਨੂੰ ਅਧਿਕਾਰ ਅਤੇ ਕਰਤੱਵ ਜਿਹੜੇ ਨੇ ਨਿਭਾਉਂਦੇ ਨੇ ਉਹਨਾਂ ਨੂੰ ਨਾਗਰਿਕਤਾ ਪ੍ਰਾਪਤ ਹੁੰਦੀ ਹੈ। ਸੋ ਨਾਗਰਿਕਤਾ ਦੀਆਂ ਵਿਸ਼ੇਸ਼ਤਾਵਾਂ ਕਰੈਕਟਰਿਸਟਿਕਸ ਆਫ ਸਿਟੀਜ਼ਨਸ਼ਿਪ ਦੇ ਵਿੱਚ ਫਸਟ ਹੈ ਬੇਟਾ ਸਥਾਈ ਮੈਂਬਰਸ਼ਿਪ, ਪਰਮਾਨੈਂਟ ਮੈਂਬਰਸ਼ਿਪ, ਯਾਨੀ ਕਿ ਉਸਨੂੰ ਉਸ ਦੇਸ਼ ਦੀ ਪਰਮਾਨੈਂਟ ਮੈਂਬਰਸ਼ਿਪ ਮਿਲ ਜਾਂਦੀ ਹੈ। ਉਹ ਜਨਮ ਤੋਂ ਲੈ ਕੇ ਮੌਤ ਤੱਕ ਜਿਹੜਾ ਹੈ ਉਹ ਆਪਣੇ ਦੇਸ਼ ਵਿੱਚ ਰਹਿੰਦਾ ਹੈ, ਠੀਕ ਹੈ। ਅਤੇ ਉਹ ਜੇਕਰ ਕਿਸੇ ਦੂਸਰੇ ਦੇਸ਼ ਵਿੱਚ ਵੀ ਜਾਏਗਾ ਤਾਂ ਉਸਨੂੰ ਆਪਣੇ ਦੇਸ਼ ਦੀ ਮਨਜ਼ੂਰੀ ਲੈਣੀ ਪੈਂਦੀ ਹੈ, ਉੱਥੋਂ ਦੀ ਸਰਕਾਰ ਦੀ ਮਨਜ਼ੂਰੀ ਲੈਣੀ ਪੈਂਦੀ ਹੈ, ਸ਼ਰਤਾਂ ਦਾ ਪਾਲਣਾ ਕਰਨਾ ਪੈਂਦਾ ਹੈ, ਕਾਨੂੰਨਾਂ ਦਾ ਪਾਲਣਾ ਕਰਨਾ ਪੈਂਦਾ ਹੈ, ਤਾਂ ਹੀ ਉਹ ਦੂਸਰੇ ਦੇਸ਼ ਵਿੱਚ ਘੁੰਮਣ ਦੇ ਲਈ ਵੀ ਜਾ ਸਕਦਾ ਹੈ, ਠੀਕ ਹੈ। ਅਧਿਕਾਰਾਂ ਅਤੇ ਆਜ਼ਾਦੀ ਨੂੰ ਮਾਨਣਾ, ਇੰਜੋਇਮੈਂਟ ਆਫ ਰਾਈਟਸ ਐਂਡ ਫਰੀडम। ਸੋ ਜਿਸ ਨੂੰ ਵੀ ਨਾਗਰਿਕ ਨੂੰ ਨਾਗਰਿਕਤਾ ਪ੍ਰਾਪਤ ਹੁੰਦੀ ਹੈ ਉਸਨੂੰ ਕਾਫੀ ਸਾਰੇ ਅਧਿਕਾਰ ਵੀ ਮਿਲੇ ਹੁੰਦੇ ਹਨ ਅਤੇ ਉਹ ਆਜ਼ਾਦੀ ਨਾਲ ਉਹਨਾਂ ਅਧਿਕਾਰਾਂ ਦੀ ਪਾਲਣਾ ਕਰਦਾ ਹੈ ਅਤੇ ਆਪਣਾ ਜੀਵਨ ਜਿਉਂਦਾ ਹੈ। ਕਰਤੱਵਾਂ ਨੂੰ ਨਿਭਾਉਣ ਪ੍ਰਤੀ ਵਚਨਬੱਧਤਾ, ਕਮਿਟਮੈਂਟ ਟੂ ਪਰਫਾਰਮ ਡਿਊਟੀਜ਼। ਸੋ ਅਧਿਕਾਰਾਂ ਨੂੰ ਮੰਨਣਾ, ਆਜ਼ਾਦੀ ਨੂੰ ਮੰਨਣ ਦੇ ਨਾਲ ਨਾਲ ਉਸਨੂੰ ਕਾਫੀ ਸਾਰੇ ਕਰਤੱਵ ਵੀ ਨਿਭਾਉਣੇ ਪੈਂਦੇ ਨੇ, ਯਾਨੀ ਕਿ ਸਰਕਾਰ ਦੁਆਰਾ ਜਾਂ ਦੇਸ਼ ਦੁਆਰਾ ਜਿਹੜੇ ਵੀ ਕਾਨੂੰਨ ਬਣਾਏ ਗਏ ਹੁੰਦੇ ਹਨ ਉਸਨੂੰ ਉਹਨਾਂ ਦੀ ਪਾਲਣਾ ਕਰਨੀ ਪੈਂਦੀ ਹੈ। ਰਾਜ ਪ੍ਰਤੀ ਵਫਾਦਾਰੀ, ਲੋਇਲਟੀ ਟੂਵਰਡ ਦ ਸਟੇਟ, ਯਾਨੀ ਕਿ ਉਸ ਦੇਸ਼ ਦੀ ਨਾਗਰਿਕਤਾ ਉਸਨੂੰ ਤਾਂ ਹੀ ਮਿਲਦੀ ਹੈ ਜੇਕਰ ਉਹ ਉਸ ਦੇਸ਼ ਦੇ ਪ੍ਰਤੀ ਵਫਾਦਾਰ ਰਹੇਗਾ। ਜੇਕਰ ਉਹ ਉਸ ਦੇਸ਼ ਦੇ ਪ੍ਰਤੀ ਵਫਾਦਾਰ ਨਹੀਂ ਹੁੰਦਾ ਤਾਂ ਉਸ ਦੀ ਨਾਗਰਿਕਤਾ ਖਤਮ ਕੀਤੀ ਜਾਂਦੀ ਹੈ। ਜਨਮ ਦੇ ਆਧਾਰ 'ਤੇ ਨਾਗਰਿਕ, ਯਾਨੀ ਕਿ ਜਨਮ ਦੇ ਆਧਾਰ 'ਤੇ ਜ਼ਿਆਦਾਤਰ ਜਿਹੜੇ ਦੇਸ਼ਾਂ ਵਿੱਚ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ। ਨੈਕਸਟ ਹੈ ਬੇਟਾ ਨਾਗਰਿਕਤਾ ਦੀਆਂ ਕਿਸਮਾਂ, ਟਾਈਪਸ ਆਫ ਸਿਟੀਜ਼ਨਸ਼ਿਪ। ਇਹ 3 ਤਰ੍ਹਾਂ ਦੀ ਹੁੰਦੀ ਹੈ ਬੇਟਾ। ਫਸਟ ਹੈ ਇੰਟਰਨੈਸ਼ਨਲ ਲੈਵਲ, ਅੰਤਰਰਾਸ਼ਟਰੀ ਪੱਧਰ 'ਤੇ। ਸੋ ਅੰਤਰਰਾਸ਼ਟਰੀ ਪੱਧਰ 'ਤੇ ਤੁਹਾਨੂੰ ਨਾਗਰਿਕਤਾ ਜਿਹੜੀ ਹੈ ਉਹ ਕਿਸੇ ਵੀ ਦੇਸ਼ ਵਿੱਚ ਜਾ ਕੇ ਉੱਥੋਂ ਦੇ ਕਾਨੂੰਨਾਂ ਜਾਂ ਸ਼ਰਤਾਂ ਨੂੰ ਮੰਨਣ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ, ਠੀਕ ਹੈ। ਜੇਕਰ ਤੁਸੀਂ ਉਸ ਦੇਸ਼ ਦੇ ਕਾਨੂੰਨਾਂ ਜਾਂ ਸ਼ਰਤਾਂ ਦੀ ਇਨ ਬਿਨ ਪਾਲਣਾ ਕਰਦੇ ਹੋ ਤਾਂ ਤੁਹਾਨੂੰ ਉੱਥੋਂ ਦੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ, ਪਰ ਉਸ ਦੇ ਬਦਲੇ ਤੁਹਾਨੂੰ ਆਪਣੀ ਭਾਰਤ ਦੀ ਨਾਗਰਿਕਤਾ ਛੱਡਣੀ ਪੈਂਦੀ ਹੈ। ਨੈਕਸਟ ਹੈ ਨੈਸ਼ਨਲ ਲੈਵਲ, ਰਾਸ਼ਟਰੀ ਪੱਧਰ 'ਤੇ। ਸੋ ਰਾਸ਼ਟਰੀ ਪੱਧਰ 'ਤੇ ਤੁਹਾਨੂੰ ਜਨਮ ਦੇ ਆਧਾਰ 'ਤੇ ਨਾਗਰਿਕਤਾ ਵੀ ਮਿਲਦੀ ਹੈ, ਠੀਕ ਹੈ, ਅਤੇ ਤੁਹਾਨੂੰ ਤੁਹਾਡੇ ਵੰਸ਼ ਦੇ ਆਧਾਰ 'ਤੇ ਨਾਗਰਿਕਤਾ ਵੀ ਮਿਲਦੀ ਹੈ। ਉਸਨੂੰ ਨੈਸ਼ਨਲ ਲੈਵਲ 'ਤੇ ਕਿਹਾ ਜਾਂਦਾ ਹੈ, ਯਾਨੀ ਕਿ ਜਿਸ ਦੇਸ਼ ਵਿੱਚ ਤੁਹਾਡਾ ਜਨਮ ਹੋਇਆ ਹੋਵੇ ਉੱਥੋਂ ਦੇ ਤੁਸੀਂ ਨਾਗਰਿਕ ਕਹਿਲਾਉਂਦੇ ਹੋ। ਥਰਡ ਹੈ ਬੇਟਾ ਔਨ ਦੀ ਬੇਸਿਸ ਆਫ ਐਜੂਕੇਸ਼ਨ, ਸਿੱਖਿਆ ਪ੍ਰਾਪਤ ਕਰਨ ਦੇ ਆਧਾਰ 'ਤੇ। ਸੋ ਤੁਸੀਂ ਅੱਜ ਕੱਲ੍ਹ ਦੇ ਟਾਈਮ 'ਚ ਵੀ ਦੇਖਿਆ ਹੋਏਗਾ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਆਈਲੈਟਸ ਕਰਦੇ ਨੇ, ਬਾਹਰ ਜਾਂਦੇ ਨੇ, ਉੱਥੇ ਜਾ ਕੇ ਪਹਿਲਾਂ ਉਹ ਸਟੱਡੀ ਕਰਦੇ ਨੇ, ਫਿਰ ਉੱਥੇ ਜੋਬ ਲੈਂਦੇ ਨੇ, ਸਿਕਿਉਰ ਜੋਬ ਜਿਹੜੀ ਆ ਉਹ ਪ੍ਰਾਪਤ ਕਰਦੇ ਨੇ ਅਤੇ ਉਹਨਾਂ ਨੂੰ ਉੱਥੋਂ ਦੀ PR ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਉਹ ਕਿਸੇ ਦੂਸਰੇ ਦੇਸ਼ ਦੀ ਨਾਗਰਿਕਤਾ ਉਹਨਾਂ ਨੂੰ ਸਿੱਖਿਆ ਦੇ ਆਧਾਰ 'ਤੇ ਵੀ ਮਿਲ ਜਾਂਦੀ ਹੈ। ਨੈਕਸਟ ਹੈ ਬੇਟਾ ਨਾਗਰਿਕਤਾ ਦੇ ਤੱਤ, ਫੈਕਟਰਸ ਆਫ ਸਿਟੀਜ਼ਨ। ਕਿਹਨਾਂ ਦੇ ਆਧਾਰ 'ਤੇ? ਤੱਤਾਂ ਦੇ ਆਧਾਰ 'ਤੇ ਨਾਗਰਿਕਤਾ ਪ੍ਰਾਪਤ ਹੋ ਸਕਦੀ ਹੈ। ਫਸਟ ਹੈ ਦੇਸ਼ ਵਿੱਚ ਜਨਮ ਹੋਣਾ, ਬੋਰਨ ਵਿਦਿਨ ਅ ਕੰਟਰੀ, ਜਿਸ ਨੂੰ ਕਿ ਇੱਕ ਟਿਪੀਕਲ ਨਾਮ ਦਿੱਤਾ ਜਾਂਦਾ ਹੈ ਜਸ ਸੋਲੀ। ਸੋ ਜਿਨ੍ਹਾਂ ਦਾ ਜਿਸ ਦੇਸ਼ ਵਿੱਚ ਜਨਮ ਹੋਇਆ ਹੁੰਦਾ ਹੈ ਉਹ ਉੱਥੋਂ ਦੇ ਨਾਗਰਿਕ ਮੰਨੇ ਜਾਂਦੇ ਨੇ। ਸੈਕਿੰਡ ਹੈ ਬੇਟਾ ਵਿਆਹ ਦੇ ਆਧਾਰ 'ਤੇ ਜਸ ਮੈਟਰੀਮੋਨੀ, ਯਾਨੀ ਕਿ ਜੇਕਰ ਕਿਸੇ ਇੱਕ ਦੇਸ਼ ਦਾ ਵਿਅਕਤੀ ਕਿਸੇ ਦੂਸਰੇ ਦੇਸ਼ ਵਿੱਚ ਜਾ ਕੇ ਮੈਰਿਜ ਕਰਦਾ ਹੈ ਅਤੇ ਉਸਨੂੰ ਉੱਥੋਂ ਦੀ ਜਾਂ ਆਪਣੀ ਵਾਈਫ ਦੀ ਨਾਗਰਿਕਤਾ ਵੀ ਪ੍ਰਾਪਤ ਹੋ ਜਾਂਦੀ ਹੈ, ਉਸਨੂੰ ਮੰਨਿਆ ਜਾਂਦਾ ਹੈ ਵਿਆਹ ਦੇ ਆਧਾਰ 'ਤੇ ਨਾਗਰਿਕਤਾ। ਥਰਡ ਹੈ ਬੇਟਾ ਖੂਨ ਦੇ ਸਬੰਧ ਦੇ ਆਧਾਰ 'ਤੇ ਜਸ ਸੈਂਗੁਇਨਸ। ਸੋ ਖੂਨ ਦੇ ਸਬੰਧ ਦੇ ਆਧਾਰ 'ਤੇ ਮੀਨਸ ਕਿ ਜੇਕਰ ਕੋਈ ਵਿਅਕਤੀ ਜਿਹੜਾ ਹੈ ਉਹ ਕਿਸੇ ਦੇਸ਼ ਵਿੱਚ PR ਪ੍ਰਾਪਤ ਕਰ ਲੈਂਦਾ ਹੈ, ਠੀਕ ਹੈ, ਨਾਗਰਿਕਤਾ ਪ੍ਰਾਪਤ ਕਰ ਲੈਂਦਾ ਹੈ, ਤਾਂ ਉਸ ਦੇ ਬਲੱਡ ਰਿਲੇਸ਼ਨ ਵਿੱਚ ਜੋ ਹੋਣਗੇ, ਯਾਨੀ ਕਿ ਉਸਦੇ ਮਾਤਾ ਪਿਤਾ, ਉਸਦੇ ਭੈਣ ਭਰਾ ਜਿਹੜੇ ਨੇ ਉਹ ਵੀ ਉੱਥੋਂ ਦੀ ਨਾਗਰਿਕਤਾ ਪ੍ਰਾਪਤ ਕਰਨ ਦੇ ਹੱਕਦਾਰ ਹੋ ਜਾਂਦੇ ਨੇ, ਠੀਕ ਹੈ, ਜਾਂ ਹੋ ਸਕਦੇ ਨੇ। ਨੈਕਸਟ ਹੈ ਬੇਟਾ ਐਕਸਕਲੂਡਡ ਕੈਟਾਗਰੀ, ਵੱਖਰਾ ਦਰਜਾ, ਯਾਨੀ ਕਿ ਕਾਫੀ ਸਾਰੇ ਦੇਸ਼ਾਂ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਉਹ ਸਿਰਫ ਆਪਣੀ ਰਿਲੀਜ਼ਨ ਦੇ ਲੋਕਾਂ ਨੂੰ ਹੀ ਨਾਗਰਿਕਤਾ ਦਿੰਦੇ ਨੇ, ਦੂਸਰੇ ਰਿਲੀਜ਼ਨ ਦੇ ਲੋਕਾਂ ਨੂੰ ਨਾਗਰਿਕਤਾ ਉਹ ਜਲਦੀ ਪ੍ਰੋਵਾਈਡ ਨਹੀਂ ਕਰਦੇ। ਜਿਵੇਂ ਕਿ ਅਰਬ ਕੰਟਰੀਜ਼ ਦੇ ਵਿੱਚ ਮੁਸਲਿਮਸ ਨੂੰ ਨਾਗਰਿਕਤਾ ਈਜ਼ੀਲੀ ਦਿੱਤੀ ਜਾਂਦੀ ਹੈ, ਜਦ ਕਿ ਨਾਨ ਮੁਸਲਿਮ ਨੂੰ ਉਹ ਨਾਗਰਿਕਤਾ ਈਜ਼ੀਲੀ ਨਹੀਂ ਦਿੰਦੇ। ਨੈਕਸਟ ਹੈ ਬੇਟਾ ਰਾਜਕ੍ਰਿਤ ਆਧਾਰ 'ਤੇ ਨੈਚੁਰਲਾਈਜੇਸ਼ਨ। ਇਹ ਮੈਂ ਤੁਹਾਨੂੰ ਪਹਿਲਾਂ ਵੀ ਪੜ੍ਹਾਇਆ ਹੈ ਪੁਆਇੰਟ ਕਿ ਜੇਕਰ ਤੁਸੀਂ ਕਿਸੇ ਦੂਸਰੇ ਦੇਸ਼ ਦੇ ਸ਼ਰਤਾਂ ਜਾਂ ਕਾਨੂੰਨਾਂ ਦਾ ਪਾਲਣਾ ਕਰਦੇ ਹੋ, ਠੀਕ ਹੈ, ਤਾਂ ਉਹ ਦੇਸ਼ ਤੁਹਾਨੂੰ ਉੱਥੋਂ ਦੇ ਨਾਗਰਿਕਤਾ ਜਿਹੜੀ ਹੈ ਉਹ ਦੇ ਦਿੰਦਾ ਹੈ। ਨੈਕਸਟ ਹੈ ਨਿਵੇਸ਼ ਦੇ ਆਧਾਰ 'ਤੇ ਬਾਏ ਇਨਵੈਸਟਮੈਂਟ। ਸੋ ਜੇਕਰ ਤੁਸੀਂ ਕਿਸੇ ਦੇਸ਼ ਵਿੱਚ ਜਾ ਕੇ ਜਿਹੜੀ ਹੈ ਉਹ ਇਨਵੈਸਟਮੈਂਟ ਕਰਦੇ ਹੋ, ਬਿਜ਼ਨਸ ਦੇ ਵਿੱਚ ਹੋਵੇ, ਪ੍ਰੋਪਰਟੀ ਦੇ ਵਿੱਚ ਹੋਵੇ, ਅਤੇ ਉੱਥੋਂ ਦੇ ਦੇਸ਼ ਨੂੰ ਉਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੋਵੇ, ਤਾਂ ਨਿਵੇਸ਼ ਦੇ ਆਧਾਰ 'ਤੇ ਵੀ ਤੁਹਾਨੂੰ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ।
ਨੈਕਸਟ ਹੈ ਬੇਟਾ ਨਾਗਰਿਕਤਾ ਛੱਡਣ ਜਾਂ ਖਤਮ ਹੋਣ ਦੇ ਕੀ ਕਾਰਨ ਨੇ, ਕਿੰਨਾ ਕਾਰਨਾਂ ਕਰਕੇ ਨਾਗਰਿਕਤਾ ਖਤਰੇ ਵਿੱਚ ਪੈ ਸਕਦੀ ਹੈ। ਫਸਟ ਹੈ ਬੇਟਾ ਵਿਆਹ ਦੇ ਆਧਾਰ ਤੇ ਬਾਏ ਮੈਰਿਜ, ਯਾਨੀ ਕਿ ਜੇਕਰ ਤੁਸੀਂ ਕਿਸੇ ਦੂਸਰੇ ਦੇਸ਼ ਵਿੱਚ ਕਿਸੇ ਦੂਸਰੇ ਦੇਸ਼ ਦੀ ਲੜਕੀ ਨਾਲ ਵਿਆਹ ਕਰਾਉਂਦੇ ਹੋ ਤਾਂ ਤੁਹਾਨੂੰ ਉਸ ਲੜਕੀ ਦੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ, ਯਾਨੀ ਕਿ ਤੁਹਾਡੀ ਜਿਹੜੀ ਆਪਣੀ ਨਾਗਰਿਕਤਾ ਹੈ ਉਹ ਖਤਮ ਹੋ ਜਾਂਦੀ ਹੈ। ਨੈਕਸਟ ਹੈ ਬਾਏ ਰੈਜ਼ੀਗਨੇਸ਼ਨ, ਅਸਤੀਫੇ ਦੇ ਆਧਾਰ ਤੇ ਜੇਕਰ ਤੁਸੀਂ ਕਿਸੇ ਅਬਰੋਡ ਕੰਟਰੀ ਦੇ ਵਿੱਚ ਜਿਹੜਾ ਹੈ ਉਹ ਗਏ ਹੋ, ਉੱਥੇ ਨੌਕਰੀ ਪ੍ਰਾਪਤ ਕੀਤੀ ਹੈ, ਪਰ ਬਾਅਦ ਵਿੱਚ ਤੁਸੀਂ ਉੱਥੋਂ ਰਿਜ਼ਾਈਨ ਕਰ ਦਿੰਦੇ ਹੋ ਤਾਂ ਤੁਹਾਡੀ ਉੱਥੋਂ ਦੀ ਨਾਗਰਿਕਤਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਲੰਮੇ ਸਮੇਂ ਗੈਰ ਹਾਜ਼ਰ ਰਹਿਣ ਦੇ ਆਧਾਰ ਤੇ ਬਾਏ ਲੌਂਗ ਐਬਸੈਂਸ, ਯਾਨੀ ਕਿ ਜੇਕਰ ਤੁਸੀਂ ਆਪਣੇ ਦੇਸ਼ ਦੇ ਵਿੱਚ ਲੰਮੇ ਸਮੇਂ ਤੋਂ ਗੈਰ ਹਾਜ਼ਰ ਰਹਿੰਦੇ ਹੋ ਬਿਨਾਂ ਕਿਸੇ ਕਾਰਨ ਤੋਂ, ਬਿਨਾਂ ਕਿਸੇ ਨੋਟਿਸ ਤੋਂ, ਬਿਨਾਂ ਕੋਈ ਕਾਰਨ ਦੱਸੇ, ਤਦ ਵੀ ਤੁਹਾਡੀ ਨਾਗਰਿਕਤਾ ਜਿਹੜੀ ਆ ਉਹ ਖਤਮ ਹੋ ਸਕਦੀ ਹੈ। ਨੈਕਸਟ ਹੈ ਬੇਟਾ ਡਬਲ ਸਿਟੀਜ਼ਨਸ਼ਿਪ, ਦੋਹਰੀ ਨਾਗਰਿਕਤਾ, ਜੇਕਰ ਤੁਸੀਂ ਇੱਥੋਂ ਦੇ ਸਿਟੀਜ਼ਨ ਵੀ ਹੋ ਭਾਰਤ ਦੇ ਵੀ, ਤੇ ਤੁਸੀਂ ਜੇਕਰ ਕੈਨੇਡਾ ਦੀ ਸਿਟੀਜ਼ਨਸ਼ਿਪ ਵੀ ਲਈ ਹੈ ਜਾਂ ਕਿਸੇ ਦੂਸਰੀ ਕੰਟਰੀ ਦੀ ਸਿਟੀਜ਼ਨਸ਼ਿਪ ਵੀ ਲਈ ਹੈ ਤਾਂ ਤੁਹਾਡੇ ਕੋਲ ਦੋ ਸਿਟੀਜ਼ਨਸ਼ਿਪ ਹੋ ਜਾਂਦੀਆਂ ਨੇ, ਜਿਸ ਨੂੰ ਡਬਲ ਸਿਟੀਜ਼ਨਸ਼ਿਪ ਕਿਹਾ ਜਾਂਦਾ ਹੈ। ਤਾਂ ਉਹਦੇ ਵਿੱਚੋਂ ਵੀ ਇੱਕ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਤੁਹਾਨੂੰ ਖਤਮ ਕਰਨੀ ਪੈਂਦੀ ਹੈ। ਨੈਕਸਟ ਹੈ ਬੇਟਾ ਬਾਏ ਐਪਲੀਕੇਸ਼ਨ, ਬੇਨਤੀ ਪੱਤਰ ਦੇ ਆਧਾਰ ਤੇ, ਯਾਨੀ ਕਿ ਜੇਕਰ ਤੁਸੀਂ ਕਿਸੇ ਦੂਸਰੇ ਦੇਸ਼ ਨੂੰ ਐਪਲੀਕੇਸ਼ਨ ਦਿੰਦੇ ਹੋ, ਬੇਨਤੀ ਕਰਦੇ ਹੋ ਕਿ ਤੁਹਾਨੂੰ ਤੁਹਾਡੀ ਜਾਨ ਨੂੰ ਜਿਹੜਾ ਹੈ ਇਹ ਤੁਹਾਡੇ ਆਪਣੇ ਦੇਸ਼ ਵਿੱਚ ਖਤਰਾ ਹੈ ਤੇ ਤੁਸੀਂ ਉਸ ਦੇਸ਼ ਵਿੱਚ ਪਨਾਹ ਲੈਣੀ ਚਾਹੁੰਦੇ ਹੋ, ਤਦ ਵੀ ਤੁਹਾਡੀ ਉਸ ਦੇਸ਼ ਦੀ ਨਾਗਰਿਕਤਾ ਜਿਹੜੀ ਹੈ ਉਹ ਖਤਮ ਹੋ ਜਾਏਗੀ। ਨੈਕਸਟ ਹੈ ਬੇਟਾ ਗੋਦ ਲੈਣ ਦੇ ਆਧਾਰ ਤੇ ਬਾਏ ਅਡੋਪਸ਼ਨ। ਸੋ ਜੇਕਰ ਤੁਸੀਂ ਕੋਈ ਅਬਰੋਡ ਦੀ ਫੈਮਿਲੀ ਜਿਹੜੀ ਹੈ ਉਹ ਕਿਸੇ ਦੂਸਰੇ ਦੇਸ਼ ਦੇ ਬੱਚੇ ਨੂੰ ਗੋਦ ਲੈਂਦੇ ਨੇ, ਠੀਕ ਹੈ, ਤਾਂ ਉਸ ਬੱਚੇ ਦੀ ਉਸ ਦੇਸ਼ ਦੀ ਨਾਗਰਿਕਤਾ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ ਜਿੱਥੇ ਉਸ ਦਾ ਜਨਮ ਹੋਇਆ ਹੋਵੇ। ਨੈਕਸਟ ਹੈ ਬੇਟਾ ਹਾਰ ਜਾਣ ਦੇ ਆਧਾਰ ਤੇ ਬਾਏ ਡਿਫੀਟ। ਸੋ ਜੇਕਰ ਕੋਈ ਇੱਕ ਦੇਸ਼ ਜਿਹੜਾ ਹੈ ਉਹ ਦੂਸਰੇ ਦੇਸ਼ ਦੇ ਉੱਪਰ ਹਮਲਾ ਕਰਕੇ ਉਸਨੂੰ ਜਿੱਤ ਲੈਂਦਾ ਹੈ ਤਾਂ ਉੱਥੋਂ ਦੇ ਨਾਗਰਿਕਾਂ ਦੀ ਆਪਣੇ ਦੇਸ਼ ਦੀ ਨਾਗਰਿਕਤਾ ਖਤਮ ਹੋ ਜਾਂਦੀ ਹੈ। ਬਾਏ ਗੈਟਿੰਗ ਸਰਵਿਸ ਅਬਰੋਡ, ਵਿਦੇਸ਼ੀ ਨੌਕਰੀ ਪ੍ਰਾਪਤ ਹੋਣ ਦੇ ਆਧਾਰ ਤੇ ਜੇਕਰ ਤੁਹਾਨੂੰ ਅਬਰੋਡ ਦੇ ਵਿੱਚ ਵਿਦੇਸ਼ ਦੇ ਵਿੱਚ ਨੌਕਰੀ ਪ੍ਰਾਪਤ ਹੋ ਜਾਂਦੀ ਹੈ ਤੇ ਤੁਸੀਂ ਉੱਥੇ ਜਾ ਕੇ ਸੈਟਲ ਹੁੰਦੇ ਹੋ ਤਦ ਵੀ ਤੁਹਾਡੀ ਆਪਣੇ ਦੇਸ਼ ਦੀ ਨਾਗਰਿਕਤਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਦੇਸ਼ ਵਿਰੋਧੀ ਗਤੀਵਿਧੀਆਂ, ਐਂਟੀ ਨੈਸ਼ਨਲ ਕ੍ਰਾਈਮਸ, ਜੇਕਰ ਤੁਸੀਂ ਦੇਸ਼ ਦੇ ਵਿਰੁੱਧ ਜਿਹੜੀਆਂ ਨੇ ਉਹ ਤੁਸੀਂ ਕੋਈ ਗਤੀਵਿਧੀਆਂ ਕਰਦੇ ਹੋ ਤਦ ਵੀ ਤੁਹਾਡੀ ਜਿਹੜੀ ਹੈ ਤੁਹਾਨੂੰ ਦੇਸ਼ ਧਰੋਹੀ ਸਮਝਿਆ ਜਾਂਦਾ ਹੈ ਤੇ ਤੁਹਾਡੀ ਦੇਸ਼ ਦੀ ਨਾਗਰਿਕਤਾ ਖਤਮ ਹੋ ਜਾਂਦੀ ਹੈ। ਨੈਕਸਟ ਹੈ ਵਿਦੇਸ਼ੀ ਸਰਕਾਰ ਤੋਂ ਖਿਤਾਬ, ਪਦਵੀ ਸਵੀਕਾਰ ਕਰਨ ਤੇ ਐਕਸੈਪਟੈਂਸ ਆਫ ਟਾਈਟਲਸ ਫਰੋਮ ਅ ਫੋਰਨ ਗਵਰਨਮੈਂਟ, ਤੇ ਜੇਕਰ ਕਿਸੇ ਵਿਅਕਤੀ ਨੇ ਵਿਦੇਸ਼ੀ ਸਰਕਾਰ ਤੋਂ ਉਸਨੂੰ ਖਿਤਾਬ ਜਾਂ ਪਦਵੀ ਮਿਲ ਜਾਂਦੀ ਹੈ, ਠੀਕ ਹੈ, ਤੇ ਉਹ ਉਸ ਨੂੰ ਸਵੀਕਾਰ ਵੀ ਕਰ ਲੈਂਦਾ ਹੈ ਤਦ ਵੀ ਉਸਦੀ ਆਪਣੇ ਦੇਸ਼ ਦੀ ਨਾਗਰਿਕਤਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਸੋ ਭਾਰਤ ਵਿੱਚ ਨਾਗਰਿਕਤਾ ਜਿਹੜੀ ਹੈ ਉਹ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ, ਇੰਡੀਅਨ ਸਿਟੀਜ਼ਨਸ਼ਿਪ, ਯਾਨੀ ਕਿ ਭਾਰਤੀ ਸੰਵਿਧਾਨ ਵਿੱਚ ਪਾਰਟ 2 ਦੇ ਵਿੱਚ ਜਿਹੜਾ ਹੈ ਆਰਟੀਕਲ 5 ਤੋਂ 11 ਜਿਹੜੇ ਨੇ ਉਹ ਸਾਰੇ ਨਾਗਰਿਕਤਾ ਨਾਲ ਸੰਬੰਧਿਤ ਹਨ। ਸੋ ਭਾਰਤ ਦਾ ਸਭ ਤੋਂ ਪਹਿਲਾ ਨਾਗਰਿਕ ਹੋਣ ਦਾ ਮਾਣ ਭਾਰਤੀ ਰਾਸ਼ਟਰਪਤੀ ਨੂੰ ਦਿੱਤਾ ਜਾਂਦਾ ਹੈ। ਸੋ ਭਾਰਤੀ ਸੰਵਿਧਾਨ ਵਿੱਚ ਭਾਰਤੀ ਨਾਗਰਿਕਤਾ ਨਾਲ ਸੰਬੰਧਿਤ ਐਕਟ ਨੇ ਤੇ ਉਹਨਾਂ ਐਕਟ ਦੇ ਵਿੱਚ ਕਿਹੜੇ ਅਮੈਂਡਮੈਂਟ ਹੋਈਆਂ ਨੇ ਉਹ ਸਾਰੀਆਂ ਜਿਹੜੀਆਂ ਨੇ ਉਹ ਤੁਹਾਨੂੰ ਮੈਂ ਦੱਸਾਂਗੀ। ਫਸਟ ਹੈ ਦਾ ਸਿਟੀਜ਼ਨਸ਼ਿਪ ਆਫ ਇੰਡੀਆ ਐਕਟ 1955, ਠੀਕ ਹੈ, ਇਹ ਮੇਨ ਐਕਟ ਜਿਹੜਾ ਸੀ ਉਹ ਬਣਿਆ ਸੀ ਕਨਸਟੀਟਿਊਸ਼ਨ ਦੇ ਵਿੱਚ। ਇਸ ਦੇ ਅੰਡਰ ਜਿੰਨੀਆਂ ਵੀ ਅਮੈਂਡਮੈਂਟ ਹੋਈਆਂ ਨੇ, ਫਸਟ ਅਮੈਂਡਮੈਂਟ ਹੋਈ ਹੈ ਦਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 1986, ਦੈਨ 1992, 2003, 2005 ਐਂਡ 2019। ਸੋ 19 ਵਾਲੀ ਸਿਟੀਜ਼ਨਸ਼ਿਪ ਅਮੈਂਡਮੈਂਟ ਦਾ ਤੁਹਾਨੂੰ ਪਤਾ ਹੀ ਹੋਏਗਾ, ਜਿਸ ਦਾ ਕਾਫੀ ਦੇਸ਼ ਪੱਧਰ 'ਤੇ ਵਿਰੋਧ ਵੀ ਹੋਇਆ ਹੈ। ਭਾਰਤੀ ਸੰਵਿਧਾਨ ਵਿੱਚ ਨਾਗਰਿਕਤਾ, ਸਿਟੀਜ਼ਨਸ਼ਿਪ ਇਨ ਇੰਡੀਅਨ ਕਨਸਟੀਟਿਊਸ਼ਨ। ਸੋ ਭਾਰਤੀ ਸੰਵਿਧਾਨ ਦੇ ਅਨੁਸਾਰ ਨਾਗਰਿਕਤਾ ਕਿਸ ਪ੍ਰਕਾਰ ਦਿੱਤੀ ਜਾਂਦੀ ਹੈ। ਫਸਟ ਤੁਹਾਨੂੰ ਮੈਂ ਵਾਰ-ਵਾਰ ਪੁਆਇੰਟ ਸਮਝਾ ਚੁੱਕੀ ਹਾਂ। ਜਨਮ ਦੇ ਆਧਾਰ ਤੇ ਨਾਗਰਿਕਤਾ, ਸਿਟੀਜ਼ਨਸ਼ਿਪ ਬਾਏ ਬਰਥ, ਯਾਨੀ ਕਿ ਜਿਸ ਵੀ ਬੱਚੇ ਦਾ ਭਾਰਤ ਵਿੱਚ ਜਨਮ ਹੋਇਆ ਹੋਏਗਾ ਉਹ ਭਾਰਤੀ ਨਾਗਰਿਕ ਹੋਣ ਦਾ ਉਸਨੂੰ ਮਾਣ ਪ੍ਰਾਪਤ ਹੋਏਗਾ, ਠੀਕ ਹੈ, ਉਹ ਉੱਥੋਂ ਦਾ ਨਾਗਰਿਕ ਮੰਨ ਲਿਆ ਜਾਂਦਾ ਹੈ। ਵੰਸ਼ ਦੇ ਆਧਾਰ ਤੇ ਨਾਗਰਿਕਤਾ, ਸਿਟੀਜ਼ਨਸ਼ਿਪ ਬਾਏ ਡਿਸੈਂਟ, ਯਾਨੀ ਕਿ ਜੇਕਰ ਕੋਈ ਵਿਅਕਤੀ ਪਹਿਲਾਂ ਫੋਰਨ ਦੇ ਵਿੱਚ ਰਹਿੰਦਾ ਹੈ ਪਰ ਉਸ ਦਾ ਵੰਸ਼ ਜਿਹੜਾ ਹੈ ਉਹ ਭਾਰਤ ਵਿੱਚ ਪੈਦਾ ਹੋਇਆ ਹੋਵੇ, ਇੱਥੋਂ ਦਾ ਹੀ ਸਿਟੀਜ਼ਨ ਹੋਵੇ ਤਦ ਵੀ ਉਸਨੂੰ ਇੱਥੋਂ ਦੀ ਸਿਟੀਜ਼ਨਸ਼ਿਪ ਪ੍ਰਾਪਤ ਹੋ ਸਕਦੀ ਹੈ। ਨੈਕਸਟ ਹੈ ਸਿਟੀਜ਼ਨਸ਼ਿਪ ਬਾਏ ਰਜਿਸਟ੍ਰੇਸ਼ਨ ਦੇ ਆਧਾਰ ਤੇ ਨਾਗਰਿਕਤਾ, ਯਾਨੀ ਕਿ ਕੋਈ ਅਬਰੋਡ ਦਾ ਵਿਅਕਤੀ ਭਾਰਤ ਦੀ ਨਾਗਰਿਕਤਾ ਲੈਣਾ ਚਾਹੁੰਦਾ ਹੈ ਤਾਂ ਉਹ ਭਾਰਤ ਦੀ ਨਾਗਰਿਕਤਾ ਲੈਣ ਲਈ ਰਜਿਸਟ੍ਰੇਸ਼ਨ ਕਰਾਉਂਦਾ ਹੈ। ਨੈਕਸਟ ਹੈ ਬੇਟਾ ਰਾਜਕ੍ਰਿਤ ਆਧਾਰ ਤੇ ਨਾਗਰਿਕਤਾ, ਸਿਟੀਜ਼ਨਸ਼ਿਪ ਬਾਏ ਨੈਚੁਰਲਾਈਜੇਸ਼ਨ, ਤੇ ਜੇਕਰ ਕੋਈ ਵਿਅਕਤੀ ਜਿਹੜਾ ਹੈ ਉਹ ਭਾਰਤ ਦੀਆਂ ਸ਼ਰਤਾਂ ਤੇ ਨਿਯਮਾਂ ਦਾ ਪਾਲਣ ਕਰਦਾ ਹੈ ਤਦ ਵੀ ਭਾਰਤੀ ਸਰਕਾਰ ਉਸ ਨੂੰ ਨਾਗਰਿਕਤਾ ਦੇ ਸਕਦੀ ਹੈ। ਨੈਕਸਟ ਹੈ ਬੇਟਾ ਭਾਰਤੀ ਸਰਕਾਰ ਦੇ ਦੁਆਰਾ ਇੱਕ OCI ਕਾਰਡ ਬਣਾਇਆ ਗਿਆ ਹੈ, ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ ਕਾਰਡ, ਠੀਕ ਹੈ। ਇਸ ਕਾਰਡ ਦੇ ਦੁਆਰਾ ਜਿਹੜਾ ਹੈ ਉਹ ਦੋਹਰੀ ਨਾਗਰਿਕਤਾ ਪ੍ਰਾਪਤ ਹੋ ਸਕਦੀ ਹੈ, ਯਾਨੀ ਕਿ ਜੇਕਰ ਕੋਈ ਵਿਅਕਤੀ ਜਿਹੜਾ ਹੈ ਉਹ ਪਹਿਲਾਂ ਉਸ ਦਾ ਵੰਸ਼ ਜਿਹੜਾ ਹੈ ਉਹ ਭਾਰਤੀ ਸੀ ਤੇ ਹੁਣ ਉਹ ਅਬਰੋਡ ਦੇ ਵਿੱਚ ਪੱਕੇ ਤੌਰ ਤੇ ਸੈਟਲ ਨੇ ਪਰ ਉਹ ਭਾਰਤ ਦੀ ਸਿਟੀਜ਼ਨਸ਼ਿਪ ਵੀ ਚਾਹੁੰਦਾ ਹੈ ਤਾਂ ਉਸ ਨੂੰ OCI ਕਾਰਡ ਜਿਹੜਾ ਹੈ ਉਹ ਬਣਾਉਣਾ ਪਏਗਾ। ਇਹ 2005 ਵਿੱਚ ਬਣਾਇਆ ਗਿਆ ਸੀ
ਅਤੇ ਇਸ ਨੂੰ ਲਾਗੂ ਜਿਹੜਾ ਸੀ ਉਹ ਕੀਤਾ ਗਿਆ ਸੀ 2006 ਦੇ ਵਿੱਚ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਹੈਦਰਾਬਾਦ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਸੋ ਥੈਂਕ ਯੂ ਸੋ ਮੱਚ ਬੇਟਾ। ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਟੌਪਿਕ ਜਿਹੜਾ ਹੈ ਉਹ ਬਹੁਤ ਅੱਛੇ ਤਰੀਕੇ ਨਾਲ ਸਮਝ ਆਇਆ ਹੋਵੇਗਾ। ਥੈਂਕ ਯੂ ਸੋ ਮੱਚ।